ਅੱਛਾ ਸਰ, ਮੱਝ ਜਿਹੜੀ ਹੈ ਵੰਡਾ ਖਾ ਕੇ ਤੇ ਬਚਤ ਕਿੰਨੀ ਕੁ ਦੇ ਜਾਂਦੀ ਹੈ? ਮੱਝ ਦੇਖੋ ਜੀ, ਜਿਹੜੀ 20 ਕਿਲੋ ਦੁੱਧ ਦਿੰਦੀ ਹੈ ਜੀ ਉਹਦਾ 2000 ਦਾ ਦੁੱਧ ਹੋ ਗਿਆ। ਜੀ। ਹਾਂ, ਤੇ ਉਹਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਵੀ ਖਰਚਾ ਲਾਓ ਨਾ ਤੇ 500-600 ਦਾ ਖਰਚਾ ਹੋ ਜਾਂਦਾ। ਯਾਨੀ ਕਿ 1500 1400 ਬਚ ਜਾਂਦਾ। ਸਲਾਮ ਜੀ। ਸਰ ਕੀ ਹਾਲ ਚਾਲ ਨੇ? ਖੈਰ ਸ਼ੁਕਰ ਹੈ ਅੱਲਾ ਦਾ ਜੀ। ਸਰ ਨਾਮ ਕੀ ਆਪਣਾ? ਮੇਰਾ ਨਾਮ ਹੈ ਯੂਨਸ। ਮੁਹੰਮਦ ਯੂਨਸ ਸਾਹਿਬ, ਕਿੰਨੀ ਦੇਰ ਹੋ ਗਿਆ ਜੇ ਇਹ ਕੰਮ ਕਰਦੇ ਆ? ਸਾਨੂੰ ਤੇ ਬੜਾ ਅਰਸਾ ਕੋ 50 ਸਾਲ ਤੋਂ ਅਸੀਂ ਕਿਹੜਾ ਕੰਮ ਕਰ ਰਹੇ। ਮਾਸ਼ਾਅੱਲਾ, 50 ਸਾਲਾਂ ਦਾ ਤਜਰਬਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ? ਸਾਡਾ ਤਜਰਬਾ ਬਹੁਤ ਚੰਗਾ ਰਿਹਾ ਜੀ। ਅਸੀਂ ਜ਼ਿਮੀਂਦਾਰ ਬੰਦੇ ਆ ਜੀ। ਇੱਕ ਤੇ ਮਾਲ ਦੇ ਵਿੱਚ ਬੜਾ ਫਾਇਦਾ ਹੁੰਦਾ, ਦੂਸਰਾ ਆਪਣਾ ਜ਼ਿਮੀਂਦਾਰ ਹੈ ਤੇ ਜ਼ਿਮੀਂਦਾਰ ਨੂੰ ਜਿਸ ਬੰਦੇ ਦੀ ਜ਼ਮੀਨ ਹੈ ਨਾ ਉਹਨੂੰ ਇਸ ਚੀਜ਼ ਦਾ ਬੜਾ ਫਾਇਦਾ ਹੁੰਦਾ ਹੈ। ਨਾਲੇ ਦੁੱਧ ਵੇਚੋ, ਨਾਲੇ ਆਪਣੀ ਜ਼ਮੀਨ ਦੇ ਵਿੱਚੋਂ ਪੱਠਾ ਪੈਦਾ ਕਰਕੇ ਪਾਓ। ਮਾਸ਼ਾਅੱਲਾ। ਅੱਛਾ ਸਰ, ਇਹ ਦੱਸੋ ਕਿ ਤੁਹਾਡੇ ਡੇਰੇ ਤੇ ਇਸ ਟਾਈਮ ਕਿੰਨੇ ਜਾਨਵਰ ਨੇ? ਸਾਡੇ ਕੋਲ ਕੋਈ 30 ਕੁ ਜਾਨਵਰ ਨੇ। ਅੱਛਾ, ਮੱਝਾਂ ਕਿੰਨੀਆਂ ਨੇ ਤੇ ਗਾਵਾਂ ਕਿੰਨੀਆਂ ਨੇ? ਗਾਵਾਂ ਸਾਡੇ ਕੋਲ 2 ਹੀ ਨਾ, ਇੱਕ ਵੱਛਾ ਹੈ ਚੰਗਾ ਪਿਓਰ ਨਸਲ ਦਾ ਆਸਟ੍ਰੇਲੀਆ ਦਾ, ਅੱਛਾ, ਤੇ ਗਾਵਾਂ ਵੀ ਆਸਟ੍ਰੇਲੀਆ ਦੀਆਂ ਨੇ। ਤੇ ਮੱਝਾਂ? ਮੱਝਾਂ ਸਾਡੇ ਕੋਲ ਕੋਈ 22-23 ਨੇ। ਇਹ ਕਿਹੜੀ ਨਸਲ ਦੀਆਂ ਜੇ? ਇਹ ਸਾਹੀਵਾਲ ਨਸਲ ਦੀਆਂ, ਚੀਚਾਵਤਨ ਨਸਲ ਦੀਆਂ, ਆਰਫ ਵਾਲੇ ਦੀਆਂ ਨਸਲ ਦੀਆਂ। ਅੱਛਾ ਸਰ, ਦੁੱਧ ਵੇਚਣ ਵਾਲਾ ਕੰਮ ਹੀ ਕਰਦੇ ਹੋ ਕਿ ਜਾਂ ਵਪਾਰ ਵੀ ਨਾਲ ਕਰਦੇ ਹੋ? ਨਹੀਂ, ਸਿਰਫ ਦੁੱਧ ਵਾਲਾ ਹੀ ਕੰਮ ਕਰੀਦਾ, ਕੋਈ ਵਪਾਰ ਨਹੀਂ ਕਰੀਦਾ। ਅੱਛਾ, ਇਹ ਦੱਸ ਸਕਦੇ ਹੋ ਕਿ ਤੁਹਾਡੇ ਡੇਰੇ ਦੀ ਮੱਝ ਨੇ ਸਭ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਦਿੱਤਾ ਹੈ? ਸਾਡੇ ਕੋਲ 22 ਕਿਲੋ ਦੁੱਧ ਦਿੱਤਾ ਸਭ ਤੋਂ ਜ਼ਿਆਦਾ। ਸਭ ਤੋਂ ਜ਼ਿਆਦਾ? ਹਾਂਜੀ। ਮਾਸ਼ਾਅੱਲਾ। ਅੱਛਾ, ਜਿਹੜੀ ਮੱਝ ਨੇ 22 ਕਿਲੋ ਦੁੱਧ ਦਿੱਤਾ, ਕਿਹੜੀ ਨਸਲ ਦੀ ਜੇ ਉਹ? ਉਹ ਨਸਲ ਸਾਹੀਵਾਲ ਦੀ ਹੈ। ਸਾਹੀਵਾਲ ਦੀ? ਹਾਂਜੀ। ਤੇ ਐਨੀਆਂ ਨਸਲਾਂ ਚੋਂ ਸਭ ਤੋਂ ਚੰਗੀ ਨਸਲ ਤੁਸੀਂ ਕਿਹਨੂੰ ਆਖੋਗੇ? ਸਾਡੇ ਕੋਲ ਜ਼ਿਆਦਾ ਨਸਲ ਦੁੱਧ ਦੇਣ ਵਾਲੀ ਹੈ ਹੀ ਸਾਹੀਵਾਲ ਦੀ, ਅਸੀਂ ਤੇ ਉਹਨੂੰ ਚੰਗਾ ਸਮਝਦੇ ਹਾਂ। ਠੀਕ ਹੈ। ਹਾਂ ਸਰ, ਮਾਸ਼ਾਅੱਲਾ ਅਸੀਂ ਦੇਖਣ ਵੇ ਕਾਫੀ ਖੂਬਸੂਰਤ ਡੇਰਾ ਤੁਸੀਂ ਬਣਾਇਆ ਤੇ ਸਾਰਾ ਦਾ ਸਾਰਾ ਜ਼ਿਆਦਾ ਤੁਸੀਂ ਓਪਨ ਹੀ ਰੱਖਿਆ। ਹਾਂਜੀ ਹਾਂਜੀ ਹਾਂਜੀ। ਇਹਦੀ ਕੋਈ ਖਾਸ ਵਜ੍ਹਾ? ਇਹ ਪਹਿਲੇ ਸਾਡੇ ਕੋਲ ਇੰਨੀ ਪੈਸੇ ਨਹੀਂ ਸਨ। ਹਾਂਜੀ। ਤੇ ਹੁਣ ਅਸੀਂ ਆਸਤਾ ਆਸਤਾ ਦੇਖੋ ਨਾ ਕਿ ਥੋੜੀ ਜਿਹੀ ਕਵਰੀ ਕਰ ਲਈ ਹੈ। ਠੀਕ ਹੈ। ਤੇ ਇਹਦੇ ਤੋਂ ਬਾਅਦ ਆਂਦੇ ਸਾਲ ਆਵੋਗੇ ਤੇ ਤੁਸੀਂ ਬਿਲਕੁਲ 4 ਦੀਵਾਰੀ ਦੇਖੋਗੇ। ਠੀਕ ਹੈ। ਗੇਟ ਲੱਗਾ ਹੋਵੇਗਾ। ਉਹ ਤੇ ਫਿਰ ਜਿਸ ਤਰ੍ਹਾਂ ਪੈਦਾਵਾਰ ਵੱਧਦੀ ਜਾਏ ਨਾ ਉਹਦੇ ਹਿਸਾਬ ਨਾਲ ਹੀ ਚੱਲਣਾ। ਅੱਛਾ, ਤੇ ਨਾਲੇ ਸਾਡਾ ਰਕਬਾ ਦੁਆਲੇ ਆਪਣਾ। ਠੀਕ ਹੈ। ਹਾਂ। ਜਦੋਂ ਤੁਸੀਂ ਸਟਾਰਟ ਲਿਆ ਸੀ ਤੇ ਕਿੰਨੇ ਜਾਨਵਰਾਂ ਦਾ ਸ਼ੁਰੂ ਕੀਤਾ ਇਹ ਕੰਮ? ਇਹ ਤੇ ਜੀ ਬੜੀ ਲੰਮੀ ਗੱਲ ਹੈ, ਹੁਣ ਤੁਹਾਨੂੰ ਕੀ ਬੰਦਾ ਦੱਸੇ। ਅਸੀਂ ਗੁਜਰਾਂ ਤੋਂ ਤੁਰੇ ਹਾਂ। ਅੱਛਾ। ਹਾਂ, ਗੁਜਰਾਂ ਵਾਲੇ ਵੀ ਅਸੀਂ ਇਹ ਕਿਹੜਾ ਕੰਮ ਕਰ ਰਹੇ ਹਾਂ। ਅੱਛਾ। ਹਾਂ, ਸਾਡੇ ਮੇਰੇ 2 ਭਾਈ ਉੱਥੇ ਰਹਿੰਦੇ ਨੇ, ਉਹਨਾਂ ਕੋਲ 50-50 ਡੰਗਰ ਨੇ ਉੱਥੇ ਗੁਜਰਾਂ ਵਾਲੇ। ਅੱਛਾ। ਹਾਂ, ਤੇ ਅਸੀਂ ਅੱਜ ਤੋਂ 60-65 ਸਾਲ ਪਹਿਲਾਂ ਦੇ ਉੱਥੇ ਇਹ ਕਿਹੜਾ ਕੰਮ ਕਰਨੇ ਪਿਆ। ਇੱਥੇ ਆ ਕੇ ਕਿੰਨੇ ਜਾਨਵਰਾਂ ਦਾ ਸ਼ੁਰੂ ਕੀਤਾ ਸੀ? ਇੱਥੇ ਅਸੀਂ ਕੋਈ 10-15 ਤੋਂ ਕੀਤਾ ਸੀ। 10-15? ਹਾਂ, ਅਸੀਂ ਕੁਝ ਉੱਥੋਂ ਲੈ ਕੇ ਆਏ, ਕੋਈ ਸਾਡੇ ਕੋਲ ਅੱਗੇ ਹੱਥੇ ਹਨ। ਅੱਛਾ। ਤੇ ਇਹ ਫਿਰ ਆਸਤਾ ਆਸਤਾ ਹੁਣ ਅੱਲਾ ਨੇ ਇਜ਼ਾਫਾ ਕੀਤਾ ਸਾਡੇ 'ਚ। ਐਨੇ ਡੇਰੇ ਤੇ ਐਨੇ ਜਾਨਵਰਾਂ ਵਾਸਤੇ ਕਿੰਨੇ ਬੰਦੇ ਕੰਮ ਪੇ ਕਰਦੇ ਹੋ? ਇੱਥੇ ਬੰਦੇ ਹੈ ਅਸੀਂ ਕੋਈ 5-6। 5-6? ਹਾਂ, 6। ਆਸਾਨੀ ਨਾਲ ਐਨੇ ਜਾਨਵਰ ਸਾਂਭੇ ਜਾ ਸਕਦੇ? ਬੜੀ ਆਸਾਨੀ ਨਾਲ। ਤੇ ਮੁਲਾਜ਼ਮ ਰੱਖੇ ਜੇ ਜਾਂ ਘਰ ਦੇ ਨੇ? ਨਹੀਂ, ਮੁਲਾਜ਼ਮ ਵੀ ਆ ਕੋਈ 1-2 ਤੇ ਬਾਕੀ ਆਪਣੇ ਬੱਚੇ ਨੇ। ਅੱਛਾ। ਹਾਂਜੀ, ਮੁਲਾਜ਼ਮ ਤੇ ਨਹੀਂ ਸਾਰਾ ਨਿਜ਼ਾਮ ਸਿੱਧਾ ਕਰ ਸਕਦੇ। ਜਿੰਨੇ ਤੱਕ ਆਪੇ ਨਾਲ ਨਹੀਂ ਨਾ ਹੋਈਏ ਉਹਨੇ ਤੱਕ ਕੰਮ ਨਹੀਂ ਚੱਲਦਾ। ਯਾਨੀ ਆਪੇ ਵਿੱਚ ਇਨਵੋਲਵ ਹੋਣਾ ਜ਼ਰੂਰੀ ਹੈ। ਹਾਂਜੀ, ਆਪੇ ਨਹੀਂ ਹੋਈਏ ਤੇ ਫਿਰ ਤੇ ਉਹਨਾਂ ਦਾ ਕੰਮ ਹੈ ਪਾਣੀ ਡਾਹ ਲਿਆ ਠੀਕ ਹੈ, ਨਹੀਂ ਡਾਇਆ ਤਾਂ ਵੀ ਇਸੇ ਤਰ੍ਹਾਂ ਹੀ ਨਿਗਾਨ ਹੋ ਗਿਆ, ਆਖਣਾ ਠੀਕ ਹੋ ਗਿਆ ਜੀ। ਅੱਛਾ ਸਰ, ਇੱਕ ਤੁਹਾਡੇ ਡੇਰੇ ਦੀ ਬੜੀ ਅਨੋਖੀ ਗੱਲ ਪਤਾ ਲੱਗੀ ਹੈ ਕਿ ਤੁਸੀਂ ਦਿਨੇ 11 ਵਜੇ ਜਾਨਵਰਾਂ ਨੂੰ ਪੱਠੇ ਪਾਣਾ ਸ਼ੁਰੂ ਕਰਦੇ ਹੋ? ਹਾਂਜੀ ਹਾਂਜੀ, ਅਸੀਂ ਬਿਲਕੁਲ ਅਸੀਂ 11 ਤੋਂ 12 ਵਜੇ ਨੂੰ ਪੱਠੇ ਪਾ ਛੱਡਨੇ ਹੁੰਦੇ ਨੇ ਉਧਰੋਂ। ਯਾਨੀ ਕਿ ਹੁਣ ਅਸੀਂ ਮੁੜ ਕੇ 3 ਵਜੇ ਪੱਠੇ ਪਾਣੇ ਨੇ। ਇਸ ਚੀਜ਼ ਦੀ ਸਰ ਕੀ ਖਾਸੀਅਤ ਹੈ? ਅਸੀਂ ਬਾਕੀ ਡੇਰਿਆਂ ਦੇ ਵਿੱਚ ਗਏ ਆ, ਡੇਅਰੀ ਫਾਰਮਾਂ ਤੇ ਗਏ ਆ, ਉਹ ਤਕਰੀਬਨ ਸੈਕਿੰਡ ਟਾਈਮ ਹੀ 4 ਵਜੇ ਤੋਂ ਬਾਅਦ ਹੀ ਪੱਠੇ ਪਾਉਂਦੇ। ਹਾਂ, ਪਾਉਂਦੇ ਨੇ। ਇਹ ਆਪਣਾ ਆਪਣਾ ਹਿਸਾਬ ਆ। ਅਸੀਂ ਆਨੇ ਆ ਵੀ ਡੰਗਰ ਭੁੱਖਾ ਤੜਫੇ ਨਾ, ਲੁੜਛੇ ਨਾ, ਤੇ ਡੰਗਰ ਖਾਏਗਾ ਤੇ ਕੋਈ ਦੁੱਧ ਸ਼ੁੱਧ ਦੇਗਾ ਨਾ। ਅੱਛਾ ਸਰ, ਤੁਹਾਡੇ ਡੇਰੇ ਦਾ ਤਕਰੀਬਨ ਇੱਕ ਦਿਨ ਦਾ ਜਿਹੜਾ ਦੁੱਧ ਹੁੰਦਾ ਹੈ ਇੱਕ ਟਾਈਮ ਦਾ, ਉਹ ਕਿੰਨਾ ਹੋ ਜਾਂਦਾ? ਇਹ ਮੇਰਾ ਆਪਣਾ? ਹਾਂਜੀ। ਮੇਰਾ ਆਪਣਾ 3 ਕਮਾਨ ਦੁੱਧ ਹੋ ਜਾਂਦਾ। ਮਾਸ਼ਾਅੱਲਾ। ਅੱਛਾ, ਦੁੱਧ ਸੇਲ ਕਰਨ ਦੀ ਕੀ ਤਰੀਕਾ ਤੁਸੀਂ ਰੱਖਿਆ ਦਾ? ਡੇਰੇ ਤੋਂ ਸੇਲ ਕਰਦੇ ਹੋ ਕਿ ਜਾਂ ਕੋਈ ਦੋਧੀ ਵਗੈਰਾ ਲਾਏ ਨੇ? ਨਹੀਂ, ਕੋਈ ਦੋਧੀ ਸ਼ੋਧੀ ਨਹੀਂ। ਸਾਡੇ ਪਿੰਡ ਦੇ ਵਿੱਚ ਹੋਟਲ ਹੈ। ਅੱਛਾ। ਉੱਥੇ ਮਠਿਆਈ ਦਾ ਕੰਮ ਚੱਲਦਾ। ਉਹਨਾਂ ਨੂੰ 2 ਟਾਈਮ ਜਾ ਕੇ ਦੁੱਧ ਉੱਥੇ ਦੇ ਆਈਦਾ। ਕੀ ਰੇਟ ਚੱਲਦਾ ਪਿਆ ਇਹ ਦੁੱਧ ਦਾ? 100 ਰੁਪਇਆ ਕਿਲੋ ਦਾ। ਅੱਛਾ ਸਰ, ਇੱਕ ਮੱਝ ਦੇ ਉੱਤੇ ਡੇਲੀ ਦਾ ਖਰਚਾ ਕਿੰਨਾ ਕੁ ਆਇੰਦਾ ਸਾਨੂੰ ਦੱਸ ਸਕਦੇ ਹੋ? ਖਰਚੇ ਦਾ ਤੇ ਅਸੀਂ ਕੋਈ ਐਡਾ ਹਿਸਾਬ ਨਹੀਂ ਲਾਇਆ। ਅੱਛਾ। ਬਾਕੀ ਇਹ ਵੀ ਅਸੀਂ ਪੱਠੇ ਛੱਠੇ ਸਾਡੇ ਘਰ ਦੇ ਹੋ ਜਾਂਦੇ ਨੇ ਜੀ। ਵੰਡਾ ਮੁੱਲ ਲਿਆਈਦਾ। ਉਹ ਅਸੀਂ 4-4 ਕਿਲੋ 5-5 ਕਿਲੋ ਇੱਕ ਡੰਗਰ ਨੂੰ ਪਾਈਦਾ।
ਅੱਛਾ, ਜਿਹੜੀਆਂ ਦੁੱਧ ਦੇ ਰਹੀਆਂ ਨੇ ਉਹਨਾਂ ਨੂੰ ਵੀ ਵੰਡਾ ਪਾਉਂਦੇ ਹੋ ਤੇ ਜਿਹੜੀਆਂ ਦੂਸਰੀਆਂ ਨਹੀਂ ਦੇ ਰਹੀਆਂ ਉਹਨਾਂ ਨੂੰ ਵੀ ਪਾਉਂਦੇ ਜਾਂ ਉਹਨਾਂ ਨੂੰ ਨਹੀਂ ਪਾਉਂਦੇ? ਨਹੀਂ, ਉਹਨਾਂ ਨੂੰ ਵੀ ਪਾਈਦਾ, ਉਹਨਾਂ ਨੂੰ ਥੋੜਾ ਪਾਈਦਾ। ਥੋੜਾ ਪਾਈਦਾ। ਹਾਂ, ਯਾਨੀ ਕਿ ਕਿਲੋ 1.5 ਕਿਲੋ ਰੋਜ਼ਾਨਾ ਅੱਛਾ ਹੀ। ਸਰ, ਮੱਝ ਜਿਹੜੀ ਹੈ ਵੰਡਾ ਖਾ ਕੇ ਤੇ ਬਚਤ ਕਿੰਨੀ ਕੁ ਦੇ ਜਾਂਦੀ ਹੈ? ਮੱਝ ਦੇਖੋ ਜੀ, ਜਿਹੜੀ 20 ਕਿਲੋ ਦੁੱਧ ਦਿੰਦੀ ਹੈ ਜੀ ਉਹਦਾ 2000 ਦਾ ਦੁੱਧ ਹੋ ਗਿਆ। ਜੀ। ਹਾਂ, ਤੇ ਉਹਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਵੀ ਖਰਚਾ ਲਾਓ ਨਾ ਤੇ 500-600 ਦਾ ਖਰਚਾ ਹੋ ਜਾਂਦਾ। ਯਾਨੀ ਕਿ 1500 1400 ਬਚ ਜਾਂਦਾ। ਬਚ ਅੱਛਾ ਜਾਂਦਾ। ਸਰ, ਮੱਝਾਂ ਤੁਸੀਂ ਕਾਫੀ ਖੂਬਸੂਰਤ ਰੱਖੀਆਂ ਨੇ ਹਾਂਜੀ ਤੇ ਹਾਂਜੀ ਵਿੱਚ ਗਾਂ ਇੱਕ ਤੇ ਇੱਕ ਵਹਿੜਾ, ਹਾਂਜੀ। ਇਹ ਕੋਈ ਖਾਸ ਗੱਲ ਹੈ ਇਹਨਾਂ ਨੂੰ ਰੱਖਣ ਦੀ ਕਿ ਜਾਂ ਸ਼ੌਕ ਨੇ ਪਾਲੀਆਂ ਨੇ? ਨਹੀਂ, ਸ਼ੌਕ ਨਾਲ। ਗਾਵਾਂ ਰੱਖਣ ਦਾ ਵੀ ਸ਼ੌਕ ਹੈ? ਹਾਂ, ਸ਼ੌਕ ਨਾਲ ਰੱਖੀ ਦੇ ਰਹੇ। ਅੱਛਾ, ਮੱਝਾਂ ਦੇ ਜ਼ਿਆਦਾ ਫਾਇਦਾ ਹੁਣ ਹੈ ਤੁਸੀਂ ਜਾਂ ਦੇਖੋ, ਗਾਵਾਂ? ਇਹ ਬੱਚਾ ਜਿਹੜਾ ਅਸੀਂ ਰੱਖਿਆ ਦਾ, ਤੁਸੀਂ ਉਹਨੂੰ ਲਾਗੇ ਜਾ ਕੇ ਉਹਦੀ ਵੀਡੀਓ ਬਣਾਓਗੇ ਨਾ ਜੀ ਤੇ ਦੇਖੋ ਤੁਸੀਂ ਵੀ ਮੇਰੇ ਸਿਰ ਕੱਦ ਆ ਉਹਦਾ। ਜੀ। ਤੇ ਇਹ ਤਕਰੀਬਨ 2 ਸਾਲ ਤੇ ਕੋਈ 2 ਸਾਲ ਦਾ ਹੀ ਹੋ ਗਿਆ। ਹਾਂ ਠੀਕ ਹੋ ਗਿਆ। ਹਾਂਜੀ। ਅੱਛਾ ਸਰ, ਐਨੇ ਡੇਰੇ ਦੇ ਉੱਤੇ ਤੁਸੀਂ ਇਹ ਦੱਸੋ ਕਿ ਜਦੋਂ ਮੱਝ ਨੂੰ ਨਵਾਂ ਕਰਵਾਉਂਦੇ ਹੋ ਤਾਂ ਸੀਮਨ ਵਗੈਰਾ ਡਾਕਟਰ ਨੂੰ ਖਵਾਉਂਦੇ ਹੋ ਕਿ ਜਾਂ ਕੋਈ ਝੋਟਾ ਵਗੈਰਾ ਰੱਖਿਆ? ਨਹੀਂ, ਸਾਡੇ ਕੋਲ ਆਪਣਾ ਝੋਟਾ ਜੀ, ਅਸੀਂ ਉਹ ਹੀ ਮਾਲ ਦੇ ਵਿੱਚ ਯਾਨੀ ਕਿ ਉਹ ਕਰਦਾ ਹੈ ਸਾਰਾ ਹਿਸਾਬ ਕਿਤਾਬ। ਠੀਕ ਹੋ ਗਿਆ। ਹਾਂ, ਸਾਰੇ ਜਾਨਵਰਾਂ ਨੂੰ ਇੱਥੇ ਕੇ ਪੱਠੇ ਪਾਉਂਦੇ ਹੋ ਜਾਂ ਕਿਤੇ ਬਾਹਰ ਵੀ ਖੋਲਦੇ ਹੋ? ਨਹੀਂ ਕਿਤੇ ਬਾਹਰ ਨਹੀਂ, ਇੱਥੇ ਹੀ ਖੋਲਣਾ, ਇੱਥੇ ਹੀ ਪਿੱਛੇ ਬੰਨ੍ਹ ਛੱਡਣੇ ਨੇ, ਇੱਥੇ ਹੀ ਲਿਆ ਕੇ ਮੁੜ ਖੁਰਲੀਆਂ ਤੇ ਬੰਨ੍ਹ ਛੱਡਣੇ ਨੇ। ਸਹੀ ਹੈ। ਹਾਂ, ਬਾਹਰ ਵਾਲਾ ਕੋਈ ਨਿਜ਼ਾਮ ਨਹੀਂ। ਇਹ ਦੱਸੋ ਕਿ ਡੇਰੇ ਤੇ ਜਿਹੜੀਆਂ ਤੁਸੀਂ ਮੱਝਾਂ ਰੱਖੀਆਂ ਨੇ ਇਹਨਾਂ ਵਿੱਚੋਂ ਕੋਈ ਸੇਲ ਵੀ ਕਰਦੇ ਹੋ ਕਿ ਜਾਂ ਸਿਰਫ ਲੈਣ ਦਾ ਹੀ ਕੰਮ ਕਰਦੇ ਹੋ? ਨਹੀਂ, ਸੇਲ ਕਰਨੇ ਆ ਯਾਨੀ ਕਿ ਜਿਹੜੀ ਸਾਡੇ ਮਕਸਦ ਦੀ ਨਾ ਰਵੇ। ਅੱਛਾ, ਮਕਸਦ ਦੀ ਕਿਹੜੀ ਨਹੀਂ ਰਹਿੰਦੀ ਸਾਨੂੰ ਇਹ ਵੀ ਦੱਸ ਦਿਓ। ਦੁੱਧ ਥੋੜਾ ਦਵੇ ਹਾਂਜੀ ਜਾਂ ਮੱਝ ਖਰਾਬ ਹੋ ਜੇ ਜੀ। ਤੇ ਉਹ ਨਹੀਂ ਠਹਿਰਦੀ ਤੇ ਉਹਨੂੰ ਤਕਰੀਬਨ ਕੋਈ ਸਾਲ 6 ਮਹੀਨੇ ਦੇਖੀਦਾ ਤੇ ਫਿਰ ਜ਼ਾਹਰ ਹੈ ਉਹਨੂੰ ਸੇਲ ਹੀ ਕਰਨਾ। ਅੱਛਾ, ਇੱਕ ਮੱਝ ਨੂੰ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੁ ਦੇਰ ਰੱਖਦੇ ਹੋ ਤੁਸੀਂ ਕੋਲ? ਮੱਝ ਨੂੰ ਤੇ ਅਸੀਂ ਆਨੇ ਆ ਵੀ ਇਹ ਜਿਹੜੇ 6 7 8 ਸੂਏ ਸੂ ਪਵੇ ਨਾ ਤੇ ਫਿਰ ਉਹਨੂੰ ਅੱਗੇ ਅਸੀਂ ਸੇਲ ਕਰ ਛੱਡਨੇ ਆ। ਅੱਛਾ ਸਰ, ਮੱਝ ਜਿਹੜੀ ਆ ਉਹ ਕਿਹੜੇ ਸੂਏ ਦੀ ਜਿਹੜੀ ਹੁੰਦੀ ਆ ਠੀਕ ਹੁੰਦੀ ਆ, ਸਹੀ ਦੁੱਧ ਦਿੰਦੀ ਆ? ਮੱਝ ਜਿਹੜੀ ਸਹੀ ਹੁੰਦੀ ਆ ਉਹ ਦੂਸਰੇ ਸੂਏ ਦੀ ਹੁੰਦੀ ਆ, ਜਿਹੜੀ ਦੂਜਾ ਸੂਆ ਸੂਏ ਨਾ ਉਹ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਆ। ਅੱਛਾ, ਆਪਣੇ ਡੇਰੇ ਤੇ ਤੁਸੀਂ ਸਭ ਤੋਂ ਮਹਿੰਗੀ ਮੱਝ ਕਿੰਨੇ ਦੀ ਖਰੀਦੀ? ਅਸੀਂ 3 ਲੱਖ ਤੇ 15,000 ਦੀ। 3,15,000 ਦੀ ਦੁੱਧ ਕਿੰਨਾ ਕਰਦੀ ਸੀ? ਉਹ ਦੁੱਧ ਕਰਦੀ ਰਹੀ ਆ 18 ਕਿਲੋ। 18 ਕਿਲੋ। ਹਾਂ, ਹਜੇ ਵੀ ਕੋਲ ਆ ਜਾਂ ਸੇਲ ਕਰ ਛੜੀ? ਨਹੀਂ ਅਜੇ ਵੀ ਕੋਲ ਹੀ ਆ। ਅੱਛਾ, ਡੇਰੇ ਤੇ ਤੁਸੀਂ ਕੋਈ ਡਾਕਟਰ ਵਗੈਰਾ ਦਾ ਚੱਕਰ ਲਗਵਾਉਂਦੇ ਹੋ? ਇਹਨਾਂ ਨੂੰ ਕੋਈ ਜਿਹੜੀ ਵੈਕਸੀਨੇਸ਼ਨ ਆ ਉਹ ਕਿੰਨੀ ਦੇਰ ਬਾਅਦ ਕਰਵਾਉਂਦੇ ਹੋ? ਇਹ ਅਸੀਂ ਆਪਣੇ ਤੌਰ ਹੀ ਕਰਵਾਉਂਦੇ ਆ, ਮਸਲਨ ਸਿਵਲ ਡਾਕਟਰ ਹੀ ਸੱਦ ਕੇ। ਬਾਕੀ ਜਿਹੜੇ ਗਵਰਨਮੈਂਟ ਦੇ ਡਾਕਟਰ ਨੇ ਉਹ ਇੱਥੇ ਤੱਕ ਕੋਈ ਬੰਦਾ ਨਹੀਂ ਆਂਦਾ। ਅੱਛਾ, ਕਿੰਨੀ ਦੇਰ ਬਾਅਦ ਡਾਕਟਰ ਨੂੰ ਬੁਲਾਉਂਦੇ ਹੋ? ਉਹ ਅਸੀਂ 2-3 ਮਹੀਨਿਆਂ ਬਾਅਦ ਲਿਆ ਕੇ ਤੇ ਉਹ ਫਾਇਤੀ ਟੀਕੇ ਛੀਕੇ ਜਿਹੜੇ ਨੇ ਉਹ ਲਵਾ ਲੂ ਲਈਦੇ ਨੇ। ਫਾਸ ਦੀ ਟੀਕੇ ਲਵਾਉਣਾ ਜ਼ਰੂਰੀ ਹੈ? ਹਾਂ, ਫਾਇਤੀ ਟੀਕੇ ਜਿਹੜੇ ਨੇ ਨਾ, ਹੁਣ ਦੇਖੋ ਇਹ ਮੂੰਹ ਖੋਰ ਹੈ, ਹਾਂਜੀ ਦੂਸਰਾ ਗਲ ਘੋਟੂ ਹੈ, ਤੇ ਇਹਦੇ ਟੀਕੇ ਲੱਗ ਜਾਣ ਤੇ ਚਲੋ ਉਹਦੇ ਵਿੱਚ ਇਹ ਆ ਵੀ ਡੰਗਰ ਨੂੰ ਫਾਇਦਾ ਹੋ ਜਾਂਦਾ ਜੀ। ਤੇ ਜਿਸਲੇ ਬਿਮਾਰੀ ਆ ਜਾਏ ਤੇ ਫਿਰ ਇਹ ਰੁਕਦੀ ਨਹੀਂ। ਅੱਛਾ, ਤੁਸੀਂ ਇਹ ਦੋ ਬਿਮਾਰੀਆਂ ਦਾ ਨਾਂ ਲਿਆ, ਮਾਸ਼ਾਅੱਲਾ ਤੁਹਾਡਾ 50-60 ਸਾਲ ਦਾ ਤਜਰਬਾ ਹੈ। ਹਾਂਜੀ, ਇਹ ਬਿਮਾਰੀ ਕਿਹਦੀ ਵਜ੍ਹਾ ਤੋਂ ਆਉਂਦੀ ਹੈ? ਇਹ ਜ਼ਿਆਦਾ ਜਿਹੜੇ ਹਰੇ ਪੱਠੇ ਹੁੰਦੇ ਨੇ ਨਾ, ਗਲ ਘੋਟੂ ਦੀ ਬਿਮਾਰੀ ਇਹਦੇ ਤੋਂ ਆ ਜਾਂਦੀ ਹੈ। ਤੇ ਜਿਹੜੀ ਮੂੰਹ ਖੋਰ ਦੀ ਬਿਮਾਰੀ ਹੈ ਨਾ, ਇਹ ਲਾਮਤ ਹੁੰਦੀ ਹੈ। ਇਹ ਹੋ ਸਕਦਾ ਜਿਸ ਤਰ੍ਹਾਂ ਬੰਦੇ ਨੂੰ ਨਜ਼ਲਾ ਆਇਆ, ਮੈਂ ਤੁਹਾਡੇ ਲਾਗੇ ਬੈਠਾ, ਤੁਹਾਡੀ ਵਾੜ ਮੈਨੂੰ ਆਵੇ ਤੇ ਮੈਨੂੰ ਵੀ ਨਜ਼ਲਾ ਆ ਜਾਂਦਾ। ਜੀ। ਇਹ ਇਸ ਤਰ੍ਹਾਂ ਚੱਲਦੀ ਹੈ। ਤੇ ਜਿਹੜੀ ਆ ਨਾ ਗਲ ਘੋਟੂ ਦੀ ਬਿਮਾਰੀ, ਅਸੀਂ ਤੇ ਖਾਸ ਕਰਕੇ ਆਪਣਾ ਇਲਾਜ ਵੀ ਕਰ ਲਈਦਾ। ਕਿਸ ਤਰ੍ਹਾਂ ਕਰਦੇ ਹੋ ਆਪਣਾ ਇਲਾਜ? ਅਸੀਂ ਦੇਸੀ ਨੁਸਖੇ ਹੀ ਕਰ ਲਈਦੇ ਨੇ। ਉਹ ਦੱਸ ਸਕਦੇ ਸਾਨੂੰ? ਨਹੀਂ ਦੱਸਣਾ ਕੀ ਆ ਵੀ ਕੋਈ ਲੂਣ ਮਸਾਲਾ ਮਰਚਾ ਮੁਰਚਾ ਇਹ ਬਹੁਤ ਦੇਣਾ ਤੇ ਇਨਸ਼ਾਅੱਲਾ ਠੀਕ ਹੋ ਜਾਏਗਾ, ਕੋਈ ਐਸਾ ਮਸਲਾ ਨਹੀਂ। ਠੀਕ ਹੈ। ਹਾਂ, ਅੱਛਾ, ਡਾਕਟਰ ਅਸੀਂ ਬੜਾ ਘੱਟ ਬੁਲਾਉਂਦੇ ਆ। ਠੀਕ ਹੈ। ਅੱਛਾ, ਇੱਕ ਮਸਲਾ ਹੈ ਮੱਝ ਦਾ ਪਿੱਛਾ ਦੇਣ ਦਾ। ਹਾਂਜੀ ਇਹ ਬੜਾ ਮਸਲਾ ਸਮਝਿਆ ਜਾਂਦਾ ਹੈ। ਹਾਂਜੀ ਹਾਂਜੀ। ਇਹਦੇ ਵਾਸਤੇ ਤੁਸੀਂ ਕੋਈ ਫਾਰਮੂਲਾ ਇਸਤੇਮਾਲ ਕਰਦੇ ਹੋ? ਇਹਦਾ ਜੇ ਸਹੀ ਗੱਲ ਪੁੱਛੋ ਨਾ ਤੇ ਮੁਕਸਰ ਆਖੋ ਪੱਕਾ ਇਲਾਜ ਤੇ ਉਹ ਕੋਈ ਨਹੀਂ। ਅੱਛਾ ਬਾਕੀ ਇਹ ਵੀ ਟੱਕ ਟਕੂਣੇ ਹੁੰਦੇ ਨੇ, ਅੱਛਾ ਉਹ ਕਰੀਦੇ ਨੇ, ਕਿਸੇ ਨੂੰ ਬਿਹਤਰ ਹੋ ਜਾਂਦਾ ਤੇ ਕਿਸੇ ਨੂੰ ਨਹੀਂ ਵੀ ਹੁੰਦਾ। ਅੱਛਾ। ਹਾਂ, ਜਿਹਨੂੰ ਕੋਈ ਥੋੜਾ ਬਹੁਤਾ ਬਿਹਤਰ ਹੁੰਦਾ ਉਹ ਕਿਹੜੇ ਤਰੀਕੇ ਨਾਲ ਹੁੰਦਾ ਜੀ? ਇਹ ਅਸੀਂ ਕੋਈ ਠੰਡੀਆਂ ਚੀਜ਼ਾਂ ਦਿੰਦੇ ਆ ਉਹਨੂੰ, ਤੇਲ ਦੇ ਲਿਆ, ਕੋਈ ਲੱਸੀ ਦੇ ਲਈ, ਜੀ ਜਾਂ ਮੇਰਾ ਮਕਸਦ ਹੈ ਪੰਜਰਕਾ ਹੁੰਦਾ ਉਹ ਦੇ ਲਿਆ, ਜੀ। ਤੇ ਇਹਦੇ ਨਾਲ ਡੰਗਰ ਅੱਲਾ ਕੀਤਾ ਤੇ ਬਿਹਤਰ ਹੋ ਜਾਂਦਾ। ਠੀਕ ਹੈ। ਹਾਂ, ਅੱਛਾ, ਲਾਸਟ ਤੇ ਸਾਨੂੰ ਇਹ ਦੱਸੋ ਕਿ ਜਿਹੜੇ ਸਾਡੇ ਵੀਰ ਭਰਾ ਤੁਹਾਨੂੰ ਸੁਣਦੇ ਪਏ ਨੇ, ਵੇਖਦੇ ਪਏ ਨੇ, ਉਹਨਾਂ ਨੂੰ ਕੀ ਮਸ਼ਵਰਾ ਦਵੋਗੇ ਕਿ ਮੱਝਾਂ ਦਾ ਕੰਮ ਕਰਨਾ ਮਫੀਦ ਹੈ, ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ? ਅਗਰ ਕਰਨਾ ਚਾਹੀਦਾ ਹੈ ਤਾਂ ਕਿਸ ਤਰ੍ਹਾਂ ਕਰੋ? ਇਹ ਮੱਝਾਂ ਦਾ ਕੰਮ ਜਿਹੜਾ ਨਾ, ਇਹ ਥੋੜਾ ਜਿਹਾ ਬਾਊਟਾ ਬੰਦਾ ਹੋਵੇ ਤੇ ਉਹ ਤੇ ਨਹੀਂ ਨਾ ਕਰ ਸਕਦਾ। ਤੇ ਜ਼ਿਮੀਂਦਾਰ ਝਟਕਾ ਬੰਦਾ ਜਿਹੜਾ ਨਾ, ਇਹਦਾ ਕੰਮ ਹੈ ਵੀ ਡੰਗਰਾਂ ਦਾ ਕੰਮ ਜੇ ਕਰੋ ਤੇ ਫਿਰ ਤੇ ਅੱਲਾ ਕਰੇ ਤੇ ਇਹਦੇ 'ਚ ਬੜਾ ਫਾਇਦਾ ਹੋ ਜਾਂਦਾ। ਤੁਸੀਂ ਦੇਖੋ ਵੀ ਇਹਦਾ ਜਾ ਸਾਂਭੀਏ, ਇਹਦਾ ਦੁੱਧ ਵੇਚੀਏ ਤੇ ਕਿੰਨਾ ਫਾਇਦਾ ਹੋ ਜਾਂਦਾ। ਜੀ ਜੀ। ਇਹਦੇ 'ਚ ਕੋਈ ਨੁਕਸਾਨ ਨਹੀਂ ਜੇ ਕੋਈ ਕਰੇ ਤੇ।
ਤੇ ਜੇ ਨਾ ਕਰੇ ਤੇ ਫਿਰ ਨੁਕਸਾਨ ਹੀ ਨੁਕਸਾਨ ਹੈ ਜੀ। ਜਿਹੜੇ ਲੋਕੀ ਬੇਰੋਜ਼ਗਾਰੀ ਹੱਥੋਂ ਬਾਹਰ ਚਲਾ ਜਾਂਦੇ ਨੇ ਉਹਨਾਂ ਨੂੰ ਕੀ ਮਸ਼ਵਰਾ ਦੇਵੋਗੇ? ਉਹ ਕਰ ਨਹੀਂ ਸਕਦੇ, ਉਹ ਆਂਦੇ ਨੇ ਵੀ ਚਲੋ ਜੀ ਬਾਹਰ ਚਲ ਜਾਂਗੇ, ਰੁਪਈਆ 2-3 ਲੱਖ ਕੋ 2 ਲੱਖ ਤੇਰੇ ਕੋਲ ਲੈ ਲਿਆ, ਕੋਈ ਉਹਦੇ ਕੋਲ ਲੈ ਲਿਆ, ਤੇ ਬਾਹਰ ਜਾ ਕੇ ਖੱਜਲ ਖੁਆਰ ਹੋ ਕੇ ਤੇ ਫਿਰ ਪਿੰਡ ਆਏ ਨਾ। ਉਹ ਹੋ ਸਕਦਾ ਉੱਥੋਂ ਚੱਕਰ ਲਾ ਕੇ ਆਣ ਕੇ ਫਿਰ ਆ ਕੇ ਮੈਂ ਡੰਗਰੀ ਰੱਖ ਲਾਂ। ਬਿਲਕੁਲ। ਹਾਂ। ਠੀਕ ਹੈ ਅੰਕਲ ਜੀ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਲਾਹ ਹਾਫਿਜ਼।